ਨਮਸਕਾਰ ਦੋਸਤੋ, ਪਿਛਲੇ ਲੈਕਚਰ ਦੇ ਵਿੱਚ ਆਪਾਂ ਉਚਾਈ, ਦੂਰੀ, ਤਿਕੋਣ ਮਿਤੀ ਦੇ ਕੁਝ ਉਪਯੋਗ ਬਾਰੇ ਗੱਲ ਕੀਤੀ ਸੀ। ਆਪਾਂ ਇਨਫੋਰਮੇਸ਼ਨ ਡਿਟੇਲਸ ਲੈ ਕੇ ਚੱਲੇ ਸੀ ਕਿ ਕੀ ਟਰਮਸ ਯੂਜ਼ ਹੁੰਦੀਆਂ ਤੇ ਉਹਨੂੰ ਕਿਵੇਂ ਯੂਜ਼ ਕਰਨਾ ਹੈ। ਆਪਾਂ ਡਿਟੇਲਸ ਗੱਲ ਕੀਤੀ ਸੀ। ਇੱਕ ਸਿੰਗਲ ਕੋਨ ਵਾਲੇ ਕੁਝ ਐਗਜ਼ਾਮਪਲਸ ਲੈ ਕੇ ਚੱਲੇ ਸੀ ਜਿੱਥੇ ਆਪਾਂ ਨੂੰ ਇੱਕ ਕੋਨ ਬਾਰੇ ਦਿੱਤਾ ਹੁੰਦਾ ਸੀ। ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ, ਆਪਾਂ ਡਬਲ ਕੋਨ ਤੇ ਗੱਲ ਕਰਨ ਜਾ ਰਹੇ ਹਾਂ ਕਿ ਜਿੱਥੇ ਦੋ ਕੋਨ ਆਪਾਂ ਨੂੰ ਦਿੱਤੇ ਹੋਏ ਨੇ। ਆਪਾਂ ਸਟਾਰਟ ਕਰਦੇ ਹਾਂ ਕੁਝ ਐਗਜ਼ਾਮਪਲਸ। ਕੁਐਸਚਨ ਹੈ ਫਸਟ, ਧਰਤੀ ਤੇ ਇੱਕ ਬਿੰਦੂ P ਤੋਂ ਧਰਤੀ ਤੇ ਇੱਕ ਬਿੰਦੂ P ਤੋਂ ਇੱਕ 10 ਮੀਟਰ ਉੱਚੇ ਭਵਨ ਦੇ ਸਿਖਰ ਦਾ ਉਚਾਨ ਕੋਣ 30 ਡਿਗਰੀ ਹੈ। ਭਵਨ ਦੇ ਸਿਖਰ ਦਾ ਉਚਾਨ ਕੋਣ 30 ਡਿਗਰੀ। ਦੇਖੋ ਪਹਿਲੀ ਲਾਈਨ 'ਚ ਕਲੀਅਰ ਕੱਟ ਮੈਂਸ਼ਨ ਕਰਤਾ। ਉਸ ਤੋਂ ਬਾਅਦ ਕੀ ਕਹਿੰਦੇ ਨੇ, ਕਹਿੰਦੇ ਭਵਨ ਦੇ ਸਿਖਰ ਤੇ ਇੱਕ ਝੰਡਾ ਲਹਿਰਾਇਆ ਗਿਆ ਹੈ। ਭਵਨ ਦੇ ਸਿਖਰ ਤੇ ਇੱਕ ਝੰਡਾ ਲਹਿਰਾਇਆ ਗਿਆ ਹੈ ਅਤੇ P ਤੋਂ ਝੰਡੇ ਦੇ ਸਿਖਰ ਦਾ ਉਚਾਨ ਕੋਣ 45 ਡਿਗਰੀ। ਦੇਖੋ ਧਿਆਨ ਨਾਲ, ਇੱਥੇ ਆਪਾਂ ਨੂੰ ਦੋ ਕੋਨਾਂ ਬਾਰੇ ਗੱਲ ਕਰ ਰਿਹਾ ਹੈ। ਆਪਾਂ ਨੂੰ ਉਰੇ ਦੋ ਕੋਣ ਦਿੱਤੇ ਹੋਏ ਨੇ। ਕਹਿੰਦੇ ਝੰਡੇ ਦੇ ਡੰਡੇ ਦੀ ਲੰਬਾਈ ਅਤੇ ਬਿੰਦੂ P ਦੀ ਭਵਨ ਤੋਂ ਦੂਰੀ ਪਤਾ ਕਰੋ। ਆਹ ਕੁਐਸਚਨ ਆਪਾਂ ਨੂੰ ਦਿੱਤਾ ਹੋਇਆ, ਸਟੇਟਮੈਂਟ ਦਿੱਤੀ ਹੋਈ ਹੈ। ਤਾਂ ਸਭ ਤੋਂ ਪਹਿਲੀ ਗੱਲ ਜੋ ਮੈਂ ਕੀਤੀ ਸੀ, ਸਟੇਟਮੈਂਟ ਨੂੰ 1 by 1 ਪੜ੍ਹਨਾ ਹੈ। ਇਕੱਠੀ ਸਟੇਟਮੈਂਟ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ। 1 by 1 ਪੜ੍ਹੋ, 1 ਲਾਈਨ ਪੜ੍ਹੋ, ਡਾਇਗਰਾਮ ਬਣਾਓ। ਜਿਵੇਂ ਜਿਵੇਂ ਸਟੇਟਮੈਂਟ 'ਚ ਕਿਹਾ ਉਵੇਂ ਉਵੇਂ ਆਪਾਂ ਕੀ ਕਰਨਾ ਹੈ, ਵਰਕ ਕਰਨਾ ਹੈ। ਦੇਖੋ ਸਭ ਤੋਂ ਪਹਿਲਾਂ ਕੀ ਕਿਹਾ, ਧਰਤੀ ਤੇ ਇੱਕ ਬਿੰਦੂ P, ਧਰਤੀ ਤੇ ਇੱਕ ਬਿੰਦੂ P ਲੈ ਲਿਆ, ਮੈਂ ਇੱਧਰ ਲੈ ਲਿਆ, ਤੋਂ ਇੱਕ 10 ਮੀਟਰ ਉੱਚਾ ਭਵਨ। ਲਓ ਜੀ, ਆਹ ਭਵਨ ਹੋ ਗਿਆ ਜੋ 10 ਮੀਟਰ ਉੱਚਾ ਹੈ। ਦਾ ਸਿਖਰ, ਭਵਨ ਦਾ ਸਿਖਰ ਕਿਹੜਾ ਹੋ ਗਿਆ, ਆ ਹੋ ਗਿਆ। ਦਾ ਉਚਾਨ ਕੋਣ, ਦੇਖੋ P ਤੋਂ ਪ੍ਰੇਖਣ ਬਿੰਦੂ, ਦ੍ਰਿਸ਼ਟੀ ਰੇਖਾ, ਖਿਤਿਜ ਰੇਖਾ, ਉਚਾਨ ਕੋਣ ਕਿੰਨਾ ਹੋ ਗਿਆ 30 ਡਿਗਰੀ। ਠੀਕ ਹੋ ਗਈ ਪਹਿਲੀ ਲਾਈਨ। ਉਸ ਤੋਂ ਬਾਅਦ ਭਵਨ ਦਾ ਸਿਖਰ ਆ ਰਿਹਾ ਤੇ ਇੱਕ ਝੰਡਾ ਲਹਿਰਾਇਆ ਗਿਆ। ਇੱਥੇ ਇੱਕ ਝੰਡਾ ਆ ਗਿਆ, ਇੱਥੇ ਆਪਾਂ ਨੂੰ ਕੀ ਦਿੱਤਾ ਹੋਇਆ, ਇੱਕ ਝੰਡਾ। ਬਿੰਦੂ P ਤੋਂ ਬਿੰਦੂ P ਆ ਰਿਹਾ, ਝੰਡੇ ਦਾ ਸਿਖਰ, ਅਗਰ ਆਹ ਝੰਡਾ ਹੈ, ਝੰਡੇ ਦਾ ਸਿਖਰ ਆ ਹੋ ਗਿਆ। P ਤੋਂ ਝੰਡੇ ਦੇ ਸਿਖਰ ਦਾ ਉਚਾਨ ਕੋਣ 45 ਡਿਗਰੀ ਹੈ। ਹੁਣ ਕੁਐਸਚਨ ਇੱਥੇ 45 ਡਿਗਰੀ ਕਿਹੜਾ ਹੈ, ਜਿਹੜੀ ਗਲਤੀ ਹੁੰਦੀ ਹੈ, ਆਹ ਹੈ ਜਾਂ ਸਾਰਾ ਹੈ। ਦੇਖਦੇ ਹਾਂ ਧਿਆਨ ਨਾਲ। ਇਸ ਬਿੰਦੂ ਲਈ ਆ ਹੋ ਗਿਆ ਪ੍ਰੇਖਣ ਬਿੰਦੂ, ਆ ਹੋ ਗਈ ਦ੍ਰਿਸ਼ਟੀ ਰੇਖਾ, ਖਿਤਿਜ ਰੇਖਾ ਆ ਹੋਊਗੀ, ਆਹੀ ਹੋਊਗੀ ਨਾ ਧਰਤੀ ਵਾਲੀ ਜਿਹੜੀ ਪਿਛਲੇ ਦੀ ਸੀ। ਤਾਂ 45 ਸਾਰਾ ਹੋਊਗਾ। ਦੇਖੋ ਧਿਆਨ ਨਾਲ, ਪ੍ਰੇਖਣ ਬਿੰਦੂ, ਦ੍ਰਿਸ਼ਟੀ ਰੇਖਾ, ਖਿਤਿਜ ਰੇਖਾ, ਤਾਂ ਇਹਦੇ ਵਿਚਕਾਰ ਆ ਸਾਰਾ ਹਿੱਸਾ ਆ ਗਿਆ। ਤਾਂ ਇਹ ਕਿੰਨਾ ਹੋ ਗਿਆ 45 ਡਿਗਰੀ। ਪਤਾ ਕੀ ਕਰਨਾ ਹੈ, ਝੰਡੇ ਦੇ ਡੰਡੇ ਦੀ ਲੰਬਾਈ, ਇੱਕ ਤਾਂ ਇਹ ਪਤਾ ਕਰਨਾ ਹੈ, ਇਹਨੂੰ ਵੀ ਆਪਾਂ ਮੰਨ ਲਿਆ H। ਇੱਕ ਬਿੰਦੂ P ਦੀ ਭਵਨ ਤੋਂ ਦੂਰੀ, ਇਹਨੂੰ ਮੰਨ ਲਿਆ ਆਪਾਂ X। ਨਾਮ ਦੇ ਦਿੰਦੇ ਆ, ਇਹ Q, ਇਹ R, ਇਹ S। ਤਾਂ ਦੇਖੋ ਬਿਲਕੁਲ ਸਟੇਟਮੈਂਟ ਵਾਈਜ਼ ਚੱਲਣਾ ਹੈ। ਆਪਾਂ ਕੀ ਸਪੋਜ਼ ਕੀਤਾ ਉਹ ਲਿਖੋ। ਮੰਨ ਲਓ ਝੰਡੇ ਦੇ ਡੰਡੇ ਦੀ ਲੰਬਾਈ, ਇੱਕ ਤਾਂ ਆਪਾਂ ਸਪੋਜ਼ ਕੀਤਾ H ਮੀਟਰ, ਇੱਕ ਆਪਾਂ ਭਵਨ ਤੋਂ ਦੂਰੀ P ਦੀ, ਅਤੇ ਬਿੰਦੂ P ਦੀ ਭਵਨ ਤੋਂ ਦੂਰੀ X ਮੀਟਰ। ਹੁਣ ਇਹਨੂੰ ਹੱਲ ਕਿਵੇਂ ਕਰਾਂਗੇ? ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਹੀ ਹੈ, ਤਿਕੋਣਾਂ ਨੂੰ ਅਲੱਗ-ਅਲੱਗ ਕਰ ਦਿਓ। ਇੱਥੇ 3 ਤਿਕੋਣਾਂ ਬਣ ਰਹੀਆਂ ਅਗਰ ਦੇਖਿਆ ਜਾਵੇ,
PQR, PQS, PRS। ठीक, सब तो पहली गल देखो दो चीज़ां ने तुसीं ध्यान च रखनियां, क्योंकि आपां त्रिकोणमिति की गल कर रहे हैं। त्रिकोणमिति किहड़ी त्रिकोण नाल संबंधित है? समकोणी त्रिकोण नाल। इहदा मतलब आपां उरे समकोणी त्रिकोण चकनी है। आ 90 डिग्री का कोण है, जे आ 90 डिग्री का कोण है इहदा मतलब PQ विच आऊगा। एक तो यह तरीका है। देखो हुण इहदे हिसाब नाल किहड़ी त्रिकोण होगी? PQR। मैं त्रिकोणा अलग अलग कर रहा समझाने लई। आ 90, PQR के हिसाब नाल आ हो गया 30 डिग्री, आ हो गया 10, आ हो गया X। ठीक, हुण 90 डिग्री का कोण इत्थे है, PQ ते है, एक कोण S बन गई अपनी S। आ सारा हो गया 45, आ हो गया X। हुण इधर देखो, आ सारा अगर इत्थे R लग्या होया, मैं सिर्फ रिप्रजेंट कर रहा, आ 10 है, यही है ना। तो जो कट्ठा करांगे की आऊगा? H ते 10 नूं जोड़िया, H + 10 गुना नहीं होंगी, 10H नहीं होंदा, ये तो गुना होगी। आप जोड़ करांगे, इकट्ठा करते हैं ना, तो ये हो गया H + 10 मीटर। दोनों त्रिकोणों नूं की कर लो, अलग अलग कर लो 90 डिग्री के हिसाब नाल। हुण उस तो बाद वही तरीका, आ लंब हो गया, आ आधार, लंब वटे आधार टैन। तो पहली त्रिकोण बन गई PQR विच लंब वटा आधार केड़ा कोण हो गया? टैन 30 डिग्री। लंब किन्ना 10, आधार किन्ना X। टैन 30 की कीमत 1/√3। तिरछी गुना 10 की √3 नाल गुना नहीं होंगी, 1 की X नाल कीती X। तो पहला आ गया X का जो कीमत आ गई 10√3 मीटर आ गई। ਉਹੀ ਕੰਮ ਕੀਤਾ जो पिछले च ਕੀਤਾ ਸੀ। फर्क इत्थे दो त्रिकोणा आ गया। आ देखो इन्ना तो पिछला ही है, हुण आपां इहनूं हल करांगे। आ त्रिकोण किहड़ी आ गई? देखो त्रिकोण PQS विच आ लंब हो गया, लंब वटे आधार लकी अक लिया हो गया टैन 45। तो लंब हो गया H + 10, आधार हो गया X, टैन 45 कितना हो गया? 1। इस बाद तिरछी गुना X की इधर गुना करांगे, X की 1 नाल गुना की X। हुण पहली हल की आ गया, दूजी हल की इत्थों तक करना, उदों बाद कीमत बदलो बस। देखो X की कीमत 10√3 है, इत्थे आपां की करांगे? समीकरण 1 दे लो, कीमत भरी H + 10 बराबर है 10√3 समीकरण 1 तो फिर H की आ गया 10 उधर जाके कादा हो गया? घटा दा। ये आपस च घटा नहीं होंगे, क्यों नहीं होंगे? क्योंकि उरे √3 है, इत्थे है नहीं, आ गया। इत्थे कुछ भी नहीं लिखा होया, इहदा आंसर आ गया। परंतु नाल उरे मैंशन है, वो मैं हुण लिख रहा जान के कि √3 नूं 1.73 लैके चलो। अगर तो मैंशन नहीं हैगा सी ਤਾਂ ਤੁਹਾਡਾ ਆਨਸਰ ਇਹੀ ਸੀ, ਆਪਾਂ ਇੱਥੇ ਛੱਡ ਸਕਦੇ ਆ। परंतु अगर मैंशन आ गया तो बिल्कुल लास्ट ਤੇ ਭਰਨਾ। ਇਹ ਗੱਲ याद रखियो, शुरू च नहीं भरना, ਉਹਨੂੰ लास्ट ਤੇ ਭਰਨਾ, एंड ਤੇ जो बच गया। 10 गुना 1.73 - 10 दशमलव हटाया, एक आ 2 0 तो देखो की आ गया है 17.3 - 10 7.3 मीटर। तो H की जो कीमत आ गई 7.3 मीटर। हुण आपां इत्थे कीमत भर दिंदे 1.73 दशमलव हटाया 2 0 ये हो गया 17.3 मीटर। तो फिर यदा मतलब झंडे के डंडे की लंबाई H 7.3 मीटर और P की भवन तो दूरी कितनी होगी? 17.3 मीटर। तो इस तरीके के नाल आपां क्वेश्चनां नूं हल करना है। आपां अगे चलदे हां, हुण होर क्वेश्चन लैके चलदे हां। देखण च क्वेश्चन लंबे आ पर सौखे ने। अगर आप त्रिकोणा अलग अलग करतियां तो क्वेश्चन कुछ भी नहीं बनया, क्वेश्चन बहुत सौखा बन गया अपना। अगला क्वेश्चन है जमीन दे एक बिंदु तो जमीन दे एक बिंदु तो 20 मीटर उच्ची इमारत, देखो की मैंशन कर रखा है 20 मीटर उच्ची इमारत दे शिखर ते लगे
संचार मीनार दे स्टेटमेंट्स देखो की लिखा है इमारत के उपर एक संचार मीनार लग्या होया है दे तल अते शिखर दा उचान कोण 45 डिग्री अते 60 डिग्री है क्रमवार 45 डिग्री अते 60 डिग्री है। पता की करना है संचार मीनार दी ऊंचाई पता करो। संचार मीनार दी ऊंचाई पता करो। सब तो पहला काम की है अपना डायग्राम। डायग्राम किमें बनूगी स्टेटमेंट नू लाइन बाय लाइन पढ़ के। जमीन का एक बिंदु लो जी आ रहा सपोज ए देता तो 20 मीटर उच्ची इमारत आ रही इमारत किन्नी कही है इन्होंने यह 20 मीटर उच्ची है। दे शिखर आ रहा इमारत का शिखर ते लगे मीनार इमारत के उपर एक संचार मीनार लगे है। यही कहना शिखर ते की लगे संचार मीनार ओदा तल हुण अगर आ संचार मीनार है आ एदा तल हो गया मीनार दा ते आ मीनार दा की हो गया शिखर। देखो अगर यह इमारत का शिखर है तो जो ਉਹਦੇ ਉੱਤੇ ਆਪਾਂ रखती अगर आ ਇਹਦਾ शिखर है तो ਇਹਦੇ ਦਾ वास्ते तल ही हो गया ना। दा उचान कोण 45 ते 60 है। इथों पहला तल लिखा तो तल दा हो गया 45 इथों हुण 60 कित्थे बनू इत्थे बनू कि सारे ते बनू आप देखते हैं। प्रेखण बिंदु दृष्टि रेखा प्रेखण बिंदु तो क्षितिज रेखा तो आ 60 बनो। संचार मीनार की उचाई आ पता करनी है। इनू आप की ले लिया एच नाम देने ए बी सी ते डी नाम दिते आप। हल की सपोज किया एक तो संचार मीनार की उचाई तो डायग्राम के हिसाब नाल की हो गया सी डी तो मान लो सी डी बराबर है एच मीटर। एक इनू सपोज करो क्योंकि दो कोण है तो दो चीज़ां सपोज करनियां पैणगियां अते ए बी बराबर है एक्स मीटर। हुण आपां जिहड़ी गल कीती सी आ रहा समकोण आ रहा ना तो इहदे हिसाब नाल आपां त्रिकोणा कड्ढिया अलग अलग किहड़ी होगी ए बी सी ए बी सी आ 45 है इनू आप एक्स लिया वो की है 20 मीटर। एक डायग्राम होगी। दूसरी क्योंकि ए बी तो अपने को आधार है समकोण का एक होगी पूरी ए बी डी आ हो गया 60 आ हो गया एक्स आ सारा की हो गया एच ते वी की हो जाऊगा जोड़ तो ये हो गया एच प्लस बी। हुण इस तो बाद इनू हल करते हैं फिर उदों पहला छोटी त्रिकोण लिया करो हमेशा फिर वड्डे क्वेश्चन सौखा हो जाता है। तो त्रिकोण ए बी सी विच आ इहदे वास्ते लंब हो गया लंब वटे आधार टैन किन्ने दा कोण है 45 डिग्री का। लंब किन्ना है 20 आधार किन्ना एक्स टैन 45 1 तिरछी गुना एक्स दी इक नाल गुना की एक्स तो यदा मतलब एक्स आ गया 20 मीटर। लो जी पहली समीकरण पहली त्रिकोण अपने को हल होगी। हुण इत्थे ए त्रिकोण विच त्रिकोण ए बी डी विच आ लंब हो गया लंब वटे आधार टैन 60 टैन हो गया लिया लंब हो गया एच प्लस वी आधार हो गया एक्स टैन 60 कितना हो गया √3 कीमत भरी इधर शिफ्ट की √3 एक्स। ये हल करने तो बाद बस उधर देखो एक्स किन्ने 20 इत्थे आप एक्स की कीमत भरती √3 गुना 20 आप समीकरण एक वरती है। हुण इन्हां दी गुना नहीं हुंदी क्योंकि √ ते बिना √ वाले दी ए ओमे दा ओमे ते एच वी इधर आके घटा दा हो गया इन्हां दा घटा भी नहीं होंदा। किते भी √3 बारे नहीं कहा तुसीं इत्थे छड्ड सकदे हो ये तुहाडा आंसर आ गया। अगर लिखिया हुंदा
ਤਾਂ ਆਪਾਂ √3 ਦੀ ਕੀਮਤ ਪਾ ਦਿੰਦੇ। ਵੱਧੋ ਵੱਧ ਕੀ ਹੋਊਗਾ, ਦੇਖੋ ਇੱਥੋਂ 20 ਸਾਂਝਾ ਆ ਜਾਊਗਾ, ਇੱਥੇ √3 ਇਹ ਸਾਰਾ ਨਿਕਲ ਗਿਆ, ਇੱਥੇ 1। ਤਾਂ ਇਹ ਹੈ ਡਿਪੈਂਡ ਕਰਦਾ ਕਿ ਕੀਮਤ ਦਿੱਤੀ ਹੈ ਤਾਂ √3 ਦੀ ਕੀਮਤ ਭਰੋ, ਜਿਵੇਂ ਆਪਾਂ ਪਿਛਲੀ ਐਗਜ਼ਾਮਪਲ 'ਚ ਗੱਲ ਕੀਤੀ ਸੀ। ਅਗਰ ਕੀਮਤ ਨਹੀਂ ਦਿੱਤੀ ਹੋਈ ਤਾਂ ਕੀਮਤ ਐਜ਼ ਇਟ ਇਜ਼ ਡ੍ਰੌਪ ਕਰ ਸਕਦੇ ਹੋ ਤੁਸੀਂ। ਹੋਰ ਐਗਜ਼ਾਮਪਲ ਲੈ ਕੇ ਚੱਲਦੇ ਆਪਾਂ ਇਸ ਨਾਲ ਦੀ, ਤਾਂ ਕਿ ਟੌਪਿਕ ਥੋੜਾ ਜਲਦੀ ਕਲੀਅਰ ਹੋਵੇ। ਸੇਮ ਕਨਸੈਪਟ ਯੂਜ਼ ਕਰਾਂਗੇ, ਇਸੇ ਤਰੀਕੇ ਨਾਲ ਕੁਐਸਚਨਾਂ ਨੂੰ ਸੋਲਵ ਕਰਾਂਗੇ ਕਿ ਦੋ ਤਿਕੋਣਾ ਹੋਣਗੀਆਂ, ਦੋਹਾਂ ਤਿਕੋਣਾਂ ਨੂੰ ਅਲੱਗ-ਅਲੱਗ ਕਰਕੇ ਆਪਾਂ ਕੁਐਸਚਨ ਨੂੰ ਸੋਲਵ ਕਰਾਂਗੇ। ਅਗਲਾ ਕੁਐਸਚਨ ਹੈ ਇੱਕ, ਕਹਿੰਦੇ ਇੱਕ ਪੈਡੈਸਟਲ ਦੇ ਸਿਖਰ ਤੇ ਇੱਕ ਪੈਡੈਸਟਲ ਦੇ ਸਿਖਰ ਤੇ, ਪੈਡੈਸਟਲ ਕੀ ਹੁੰਦਾ ਹੈ, ਚਬੂਤਰਾ ਕਹਿ ਸਕਦੇ ਹਾਂ ਆਪਾਂ, 1.6 ਮੀਟਰ ਉੱਚੀ ਮੂਰਤੀ ਲੱਗੀ ਹੋਈ ਹੈ। ਜਿਵੇਂ ਆਪਾਂ ਕਹਿੰਦੇ ਇੱਕ ਚਬੂਤਰੇ ਦੇ ਉੱਤੇ ਮੂਰਤੀ ਲੱਗੀ ਹੋਈ ਹੈ, ਆਪਾਂ ਉਸ ਦੀ ਗੱਲ ਚੱਲ ਰਹੀ ਹੈ। ਜ਼ਮੀਨ ਦੇ ਇੱਕ ਬਿੰਦੂ ਤੋਂ, ਜ਼ਮੀਨ ਦੇ ਇੱਕ ਬਿੰਦੂ ਤੋਂ ਮੂਰਤੀ ਦੇ ਸਿਖਰ ਦਾ ਉਚਾਨ ਕੋਣ, ਮੂਰਤੀ ਦੇ ਸਿਖਰ ਦਾ ਉਚਾਨ ਕੋਣ 60 ਡਿਗਰੀ ਹੈ ਅਤੇ ਇਸੇ ਹੀ ਬਿੰਦੂ ਤੋਂ, ਅਤੇ ਇਸੇ ਬਿੰਦੂ ਤੋਂ ਪੈਡੈਸਟਲ ਦੇ ਸਿਖਰ ਦਾ ਉਚਾਨ ਕੋਣ, ਤੋਂ ਪੈਡੈਸਟਲ ਦੇ ਸਿਖਰ ਦਾ ਉਚਾਨ ਕੋਣ 45 ਡਿਗਰੀ ਹੈ। ਪੈਡੈਸਟਲ ਦੀ ਉਚਾਈ ਪਤਾ ਕਰੋ। ਆਹ ਕੁਐਸਚਨ ਹੈ ਆਲਮੋਸਟ ਜੋ ਪਿਛਲਾ ਕੀਤਾ ਆਪਾਂ ਉਹਦਾ ਸੇਮ ਕੁਐਸਚਨ ਹੈ, ਫਰਕ ਥੋੜੀ ਜਿਹੀ ਇਹਨਾਂ ਨੇ ਸਟੇਟਮੈਂਟ ਚੇਂਜ ਕਰਤੀ। ਦੇਖੋ ਸਟੇਟਮੈਂਟ ਕੀ ਕਹਿ ਰਿਹਾ, ਹੁਣ ਉਹ ਵੀ ਆਪਾਂ ਗੱਲ ਕਰਾਂਗੇ 1 ਬਾਏ 1। ਇੱਕ ਪੈਡੈਸਟਲ, ਪੈਡੈਸਟਲ ਦਾ ਮਤਲਬ ਚਬੂਤਰਾ ਕਹਿ ਲਓ ਤੁਸੀਂ, ਸਪੋਜ਼ ਆ ਰਿਹਾ, ਇਹ ਹੋ ਗਿਆ ਆਪਣੇ ਕੋਲੇ ਪੈਡੈਸਟਲ ਦੇ ਸਿਖਰ ਤੇ ਇੱਕ 6 ਮੀਟਰ ਉੱਚੀ ਮੂਰਤੀ ਹੈ, ਇੱਥੇ ਮੂਰਤੀ ਹੈ, ਇਹ ਗੱਲ ਕੀਤੀ ਹੈ। ਜ਼ਮੀਨ ਦਾ ਇੱਕ ਬਿੰਦੂ, ਤੁਸੀਂ ਇੱਧਰ ਵੀ ਲੈ ਸਕਦੇ ਹੋ, ਤੁਸੀਂ ਇੱਧਰ ਵੀ ਲੈ ਸਕਦੇ ਹੋ, ਤੋਂ ਮੂਰਤੀ ਦਾ ਸਿਖਰ, ਬਹੁਤ ਧਿਆਨ ਨਾਲ ਪੜ੍ਹਨਾ ਕੀ ਕੀ ਦਿੱਤਾ ਹੋਇਆ, ਆ ਰਹੀ ਮੂਰਤੀ, ਮੈਂ ਉਹਦੇ ਨਾਮ ਦੇ ਦਿੰਦਾ PQR, ਸਪੋਜ਼ ਇਹਦਾ S ਹੋ ਗਿਆ, ਤਾਂ ਮੂਰਤੀ ਦਾ ਸਿਖਰ ਕੀ ਹੋ ਗਿਆ Q। ਮੂਰਤੀ ਦੇ ਸਿਖਰ ਦਾ ਉਚਾਨ ਕੋਣ 60 ਡਿਗਰੀ ਹੈ ਅਤੇ ਇਸੇ ਬਿੰਦੂ ਤੋਂ ਮਤਲਬ P ਤੋਂ ਪੈਡੈਸਟਲ ਦਾ ਸਿਖਰ, ਪੈਡੈਸਟਲ ਦਾ ਸਿਖਰ ਕਿਹੜਾ ਹੋ ਗਿਆ R, ਕਿੰਨਾ ਹੋ ਗਿਆ 45 ਡਿਗਰੀ। ਪਤਾ ਕੀ ਕਰਨਾ ਹੈ, ਇਹਦੀ ਉਚਾਈ, ਇਹਨੂੰ ਮੰਨ ਲਿਆ H, ਇਹਨੂੰ ਮੰਨ ਲਿਆ X। ਤਾਂ ਕੀ ਕੀ ਕੀਤਾ ਆਪਾਂ, ਮੰਨ ਲਓ RS ਜਾਂ ਪੈਡੈਸਟਲ ਦੀ ਉਚਾਈ H ਮੀਟਰ, ਇੱਥੇ ਆਪਾਂ X ਮੰਨ ਲਿਆ ਅਤੇ PS ਬਰਾਬਰ ਹੈ X ਮੀਟਰ। ਕੀ ਕਰਦੇ ਸੀ, ਤਿਕੋਣਾ ਅਲੱਗ-ਅਲੱਗ, ਆ ਰਿਹਾ 90 ਡਿਗਰੀ ਦਾ ਕੋਣ, ਤਾਂ ਪਹਿਲੀ ਤਿਕੋਣ ਕੀ ਬਣ ਗਈ PS ਦੇ ਹਿਸਾਬ ਨਾਲ, ਛੋਟੀ ਤਿਕੋਣ ਜਿਹੜੀ ਆਪਾਂ ਕਹਿ ਸਕਦੇ ਹਾਂ ਡਾਇਗਰਾਮ 'ਚ PSR, ਇਹ H ਹੋ ਗਿਆ, ਇਹ X ਹੋ ਗਿਆ, ਅੰਦਰਲਾ ਕੋਣ ਹੋ ਗਿਆ 45 ਡਿਗਰੀ। ਇੱਕ ਤਿਕੋਣ ਬਣ ਗਈ PS ਦੇ ਹਿਸਾਬ ਨਾਲ ਸਾਰੀ, ਆ Q, ਆ 90 ਹੈ, ਆ X ਹੈ, ਆ 60 ਹੈ, ਆ ਕਿੰਨਾ ਹੋ ਗਿਆ, ਆ 1.6 ਹੈ, ਆ H ਹੈ, ਦੋਹਾਂ ਨੂੰ ਜੋੜ ਕੀਤਾ H ਪਲੱਸ 1.6। ਹੁਣ ਤਿਕੋਣਾ ਆਪਣੇ ਕੋਲੇ ਆ ਗਈਆਂ, ਕੀ ਕਰਨਾ ਆਪਾਂ ਹੱਲ ਕਰਨਾ। ਜ਼ਿਆਦਾਤਰ ਆਪਣੇ ਕੋਲ ਕੁਐਸਚਨ ਇਹੀ ਹੈ ਲੰਬ ਵਟੇ ਆਧਾਰ ਵਾਲੇ, ਟੈਨ ਦੇ। ਤਿਕੋਣ PSR ਵਿੱਚ ਲੰਬ ਵਟੇ ਆਧਾਰ tan 45, ਲੰਬ ਹੋ ਗਿਆ H, ਆਧਾਰ ਹੋ ਗਿਆ X, tan 45 ਹੁੰਦਾ 1, X ਦੀ ਉਧਰ ਗੁਣਾ ਕੀਤੀ 1 ਗੁਣਾ X X, ਤਾਂ ਪਹਿਲੀ ਸਮੀਕਰਨ ਹੱਲ ਕਰਕੇ ਬਣ ਗਈ H ਤੇ X, ਮਤਲਬ ਪੈਡੈਸਟਲ ਦੀ ਉਚਾਈ
ਅਤੇ ਦੂਰੀ ਕੀ ਨੇ, ਬਰਾਬਰ ਨੇ। ਹੁਣ ਅਗਲਾ ਆ ਲੰਬ ਹੋ ਗਿਆ, ਆ ਆਧਾਰ ਹੋ ਗਿਆ। ਤਿਕੋਣ PQS ਵਿੱਚ ਲੰਬ ਵਟੇ ਆਧਾਰ ਕਿੰਨਾ ਕੋਣ ਹੈ, 60 ਦਾ, tan 60। ਲੰਬ ਕਿੰਨਾ ਹੈ ਆਪਣੇ ਕੋਲੇ, H + 1.6, ਆਧਾਰ ਕਿੰਨਾ ਹੈ x, tan 60 ਕਿੰਨਾ ਹੈ, √3। ਤਿਰਛੀ ਗੁਣਾ √3 ਦੀ x ਨਾਲ ਗੁਣਾ ਕੀਤੀ, √3x। ਹੁਣ h ਕਿਹਦੇ ਬਰਾਬਰ ਹੈ, x ਦੇ, ਜਾਂ ਇੱਕੋ ਗੱਲ ਹੈ x ਕਿਹਦੇ ਬਰਾਬਰ ਹੈ, h ਦੇ, ਤਾਂ ਆਪਾਂ ਉਹਦੀ ਕੀਮਤ ਭਰੀ। ਦੇਖੋ ਇੱਥੋਂ ਤੱਕ ਆਪਾਂ ਉਮੀਦ ਦੋਹਾਂ ਨੂੰ ਹੱਲ ਕਰ ਰਹੇ ਹਾਂ। ਉਸ ਤੋਂ ਬਾਅਦ ਪਹਿਲੀ ਸਮੀਕਰਨ ਵਰਤ ਕੇ ਇਹਨੂੰ ਟੋਟਲ ਕੰਪਲੀਟ ਕਰੋ। ਇਹ ਹੋ ਗਿਆ √3h, ਕਿਉਂ, ਸਮੀਕਰਨ 1 ਤੋਂ h ਇੱਕ ਪਾਸੇ, h ਇੱਧਰ ਆ ਕੇ ਕਾਹਦਾ ਹੋ ਗਿਆ, ਮਾਈਨਸ ਦਾ। ਦੋਹਾਂ ਦੇ ਵਿੱਚੋਂ h ਸਾਂਝਾ, ਇੱਥੇ √3 ਬਚ ਗਿਆ, ਇੱਥੇ ਬਚ ਗਿਆ 1, ਤਾਂ ਫਿਰ h ਕੀ ਆ ਗਿਆ, ਇਹ ਉੱਧਰ ਜਾ ਕੇ ਕੀ ਹੋ ਜਾਊਗੀ, 1। √3 ਬਾਰੇ ਕੁਛ ਨਹੀਂ ਕਿਹਾ, ਨਹੀਂ ਕਿਹਾ ਤਾਂ ਆਪਾਂ ਇੱਥੇ ਵੀ ਛੱਡ ਸਕਦੇ ਹਾਂ, ਜਾਂ ਆਪਾਂ ਪ੍ਰੀਮੇਯ ਕੰਮ ਕਰਕੇ ਅੱਗੇ ਵੀ ਹੱਲ ਕਰ ਸਕਦੇ ਹਾਂ। ਜੇ ਕੀਮਤ ਦਿੱਤੀ ਹੁੰਦੀ ਆਪਾਂ ਉਹਨੂੰ ਹੱਲ ਕਰ ਲੈਂਦੇ। ਤਾਂ ਇਹ ਰਿਹਾ ਆਪਣਾ ਕੁਐਸਚਨ। ਡਾਇਗਰਾਮ ਨੂੰ ਅਲੱਗ-ਅਲੱਗ ਕੀਤਾ, ਬ੍ਰੇਕ ਕੀਤਾ, ਕੱਲਾ ਕੱਲਾ ਆਪਾਂ ਕੀ ਕੀਤਾ, ਹੱਲ ਕੀਤਾ। ਹੁਣ ਆਪਾਂ ਕੁਛ ਇੱਕ ਹੋਰ ਡਾਇਗਰਾਮ ਤੇ ਗੱਲ ਕਰਦੇ ਹਾਂ। ਦੇਖੋ ਇੱਥੇ ਜਿਹੜੇ ਮੈਂ ਐਗਜ਼ਾਮਪਲਸ ਲਈਆਂ ਸੀ, ਮੈਂ ਸਾਰੀਆਂ ਇੱਕੋ ਨਾਲ ਦੀਆਂ ਡਾਇਗਰਾਮ ਦੀਆਂ ਲਈਆਂ ਸੀ। ਹੁਣ ਆਪਾਂ ਅਗਲੇ ਕੁਐਸਚਨ ਤੇ ਚੱਲਦੇ ਹਾਂ, ਜਿਹਦੀ ਡਾਇਗਰਾਮ ਦਾ ਕਨਸੈਪਟ ਕੁਝ ਹੋਰ ਹੈ। ਕੁਐਸਚਨ ਹੈ, ਇੱਕ ਮੀਨਾਰ ਦੇ ਆਧਾਰ ਬਿੰਦੂ ਤੋਂ, ਇੱਕ ਮੀਨਾਰ ਦੇ ਆਧਾਰ ਬਿੰਦੂ ਤੋਂ ਇੱਕ ਇਮਾਰਤ ਦੇ ਸਿਖਰ ਦਾ ਉਚਾਨ ਕੋਣ, ਇੱਕ ਇਮਾਰਤ ਦੇ ਸਿਖਰ ਦਾ ਉਚਾਨ ਕੋਣ 30 ਡਿਗਰੀ ਹੈ, ਅਤੇ ਇਮਾਰਤ ਦੇ ਆਧਾਰ ਤੋਂ, ਅਤੇ ਇਮਾਰਤ ਦੇ ਆਧਾਰ ਬਿੰਦੂ ਤੋਂ ਮੀਨਾਰ ਦੇ ਸਿਖਰ ਦਾ ਉਚਾਨ ਕੋਣ 60 ਡਿਗਰੀ ਹੈ। ਜੇਕਰ ਮੀਨਾਰ 50 ਮੀਟਰ ਉੱਚੀ ਹੋਵੇ, ਜੇਕਰ ਮੀਨਾਰ 50 ਮੀਟਰ ਉੱਚੀ ਹੋਵੇ ਤਾਂ ਇਮਾਰਤ ਦੀ ਉਚਾਈ ਪਤਾ ਕਰੋ। ਆਹ ਕੁਐਸਚਨ ਹੁਣ ਆਪਣੇ ਕੋਲ ਹੈ ਜਿਸ ਤੇ ਆਪਾਂ ਗੱਲ ਕਰਨੀ। ਤਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਉਹੀ ਗੱਲ ਕਿ ਆਪਾਂ ਸਟੇਟਮੈਂਟ ਨੂੰ ਤੋੜ ਕੇ ਡਾਇਗਰਾਮਸ ਬਣਾਵਾਂਗੇ। ਕੀ ਕਿਹਾ, ਦੇਖੋ ਫਰਕ ਕੀ ਹੈ ਇਸ ਕੁਐਸਚਨ ਦੇ ਵਿੱਚ। ਹੁਣ ਤੱਕ ਆਪਾਂ ਜਿੰਨੀਆਂ ਵੀ ਐਗਜ਼ਾਮਪਲਸ ਲਈਆਂ ਉਹਦੇ ਵਿੱਚ ਇੱਕ ਬਿੰਦੂ ਹੁੰਦਾ ਸੀ, ਇੱਕ ਭਵਨ, ਮੀਨਾਰ ਜਾਂ ਪੈਡਸਟਲ ਹੁੰਦਾ ਸੀ, ਮਤਲਬ ਇੱਕ ਪੁਆਇੰਟ ਸੀ, ਇੱਕ ਉਚਾਈ ਸੀ। ਪਰੰਤੂ ਇੱਥੇ ਦੋਨੋਂ ਉਚਾਈਆਂ ਨੇ, ਇੱਕ ਮੀਨਾਰ ਹੈ, ਇੱਕ ਇਮਾਰਤ ਹੈ। ਸਟੇਟਮੈਂਟ ਨੂੰ ਧਿਆਨ ਨਾਲ ਕਰਦੇ ਹਾਂ। ਕਹਿੰਦੇ ਇੱਕ ਮੀਨਾਰ ਦੇ ਆਧਾਰ ਬਿੰਦੂ ਤੋਂ ਇੱਕ ਇਮਾਰਤ। ਹੁਣ ਦੇਖੋ ਸਭ ਤੋਂ ਪਹਿਲਾ ਕੁਐਸਚਨ, ਇਮਾਰਤ ਛੋਟੀ ਆ ਜਾਂ ਵੱਡੀ, ਨਹੀਂ ਪਤਾ, ਦੇਖਦੇ ਹਾਂ। ਇੱਕ ਵਾਰ ਆਪਾਂ ਬਣਾਉਂਦੇ ਹਾਂ ਇੱਥੋਂ ਇਮਾਰਤ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਇਮਾਰਤ ਛੋਟੀ ਬਣੂਗੀ ਵੱਡੀ, ਦਾ ਉਚਾਨ ਕੋਣ 30 ਡਿਗਰੀ ਹੈ। ਲੋ ਜੀ, ਪਹਿਲਾ ਕੰਮ ਆਪਣਾ ਹੋ ਗਿਆ। ਹੁਣ ਇਮਾਰਤ ਦਾ ਆਧਾਰ ਬਿੰਦੂ ਆ ਰਿਹਾ, ਤੋਂ ਮੀਨਾਰ ਦੇ ਸਿਖਰ ਦਾ ਉਚਾਨ ਕੋਣ 60। ਆ ਦੇਖੋ ਕੌਣ ਵੱਡਾ ਹੈ, ਸਿੱਧੀ ਜਿਹੀ ਉਦਾਹਰਨ ਲੈ ਕੇ ਚੱਲਦੇ ਹਾਂ। 30 ਇੱਥੇ ਬਣੂ, 60 ਉੱਪਰ ਆਈ ਹੁੰਦਾ ਨਾ। ਅਗਰ 30 ਡਿਗਰੀ ਇੱਥੇ ਹੈ, 60 ਉਦੋਂ ਉੱਚਾ ਜਾਊਗਾ, ਤਾਂ ਕਲੀਅਰ ਹੈ ਜਿਹੜਾ ਮੀਨਾਰ ਹੈ ਉਹ ਬਿਲਡਿੰਗ ਤੋਂ ਕੀ ਹੋਊਗਾ, ਫਿਰ ਉੱਚਾ ਹੋਊਗਾ। ਤੁਹਾਨੂੰ ਕੌਣ ਦੱਸਣਗੇ ਕਿ ਕਿਹੜੀ ਬਿਲਡਿੰਗ ਉੱਚੀ ਹੈ, ਕਿਹੜੀ ਨਹੀਂ ਹੈਗੀ। ਕਹਿੰਦੇ ਮੀਨਾਰ ਦੀ ਉਚਾਈ 50 ਮੀਟਰ ਹੈ, ਪਤਾ ਕਰਨੀ ਹੈ। A B C D, ਇਹਨੂੰ H ਮੰਨ ਲਿਆ, ਇਹਨੂੰ ਆਪਾਂ X ਮੰਨ ਲਿਆ। ਠੀਕ ਹੈ, ਸਮਝ ਆ ਗਿਆ ਨਾ। ਦੇਖੋ ਜਿਹੜਾ ਕੋਣ ਵੱਡਾ ਹੈ ਉਹਦੇ ਆਪੋਜ਼ਿਟ ਵਾਲੀ ਉਚਾਈ ਕੀ ਹੋਣੀ ਹੈ, ਵੱਡੀ ਹੋਣੀ ਹੈ। ਇੱਥੇ ਹੱਲ ਕੀ ਸਪੋਜ਼ ਕੀਤਾ ਆਪਾਂ,
ਮੰਨ ਲਓ CD ਇਮਾਰਤ ਦੀ ਉਚਾਈ h ਮੀਟਰ ਅਤੇ ਦੋਹਾਂ ਦੀ ਦੂਰੀ x ਮੀਟਰ। ਤਿਕੋਣਾ ਅਲੱਗ-ਅਲੱਗ ਕਰ ਦਿਓ। ਇੱਕ ਤਾਂ ਇੱਧਰ ਪਿਆ 90 ਡਿਗਰੀ ਦਾ ਕੋਣ ਦੇਖੋ, ਇੱਕ ਤਾਂ ਇਹਦੇ ਹਿਸਾਬ ਨਾਲ ਅਲੱਗ ਹੋ ਗਈ ਮੀਨਾਰ ਦੇ ਹਿਸਾਬ ਨਾਲ। ਆ x ਹੈ, ਆ 60 ਹੈ, ਆ 50 ਹੈ। ਇੱਕ 90 ਇੱਧਰ ਪਿਆ BCD, ਆ 90 ਹੈ, ਆ 30 ਹੈ, ਆ H ਹੈ। ਦੋ ਤਿਕੋਣਾ ਹੋ ਗਈਆਂ। ਲੰਬ ਵਟੇ ਆਧਾਰ ਤਿਕੋਣ ABC ਵਿੱਚ ਲੰਬ ਵਟੇ ਆਧਾਰ tan 60। ਲੰਬ ਕਿੰਨਾ ਹੈ 50, ਆਧਾਰ ਕਿੰਨਾ ਹੈ x, tan 60 √3। ਦੋਹਾਂ ਨੂੰ ਇੰਟਰਚੇਂਜ ਕਰ ਦਾਂਗੇ ਕਿਉਂਕਿ ਇੱਧਰ ਕੀਮਤ ਹੈ √3 ਇੱਧਰ ਆ ਗਿਆ, x ਇੱਧਰ ਆ ਗਿਆ, ਤਾਂ x ਦੀ ਕੀਮਤ ਆ ਗਈ 50 ਵਟੇ √3। ਪਹਿਲੀ ਸਮੀਕਰਨ ਆਪਣੀ ਕੀ ਹੋ ਗਈ, ਹੱਲ ਹੋ ਗਈ। ਹੁਣ ਟਰਨ ਆ ਗਈ ਦੂਸਰੀ ਦੀ। ਤਿਕੋਣ BCD ਵਿੱਚ ਆ ਕਿੰਨਾ ਦੇਖੋ x ਹੈ ਨਾ, ਲੰਬ ਵਟੇ ਆਧਾਰ tan 30, h ਬਾਰੇ ਨਹੀਂ ਪਤਾ, x ਬਾਰੇ ਨਹੀਂ ਪਤਾ, tan 30 ਕਿੰਨਾ ਆ ਗਿਆ 1 ਵਟੇ √3। ਤਿਰਛੀ ਗੁਣਾ √3 ਦੀ h ਨਾਲ ਗੁਣਾ ਕੀਤੀ, ਓਵੇਂ ਦਾ ਓਵੇਂ ਬਰਾਬਰ ਹੈ x। x ਦੇ ਰੱਖਿਆ ਕਿੰਨਾ ਆ ਗਿਆ 50 ਵਟੇ √3। √3 ਦੇ ਨੀਚੇ ਗੁਣਾ ਕੀਤੀ ਕਿਉਂਕਿ ਤਿਰਛੀ ਗੁਣਾ ਹੋ ਗਈ, ਤਾਂ √3 ਦੀ √3 ਨਾਲ ਗੁਣਾ ਕੀਤੀ 3, ਇਹ ਆ ਗਿਆ 50 ਵਟੇ 3 ਮੀਟਰ। ਤਾਂ ਹੁਣ ਹੱਲ ਕੀਤਾ, h ਆ ਗਿਆ 50 ਵਟੇ 3 ਮੀਟਰ, ਜਾਂ ਵੰਡ ਕਰਾਂਗੇ ਮਿਸ਼ਰਤ ਸੰਖਿਆ 'ਚ ਬਦਲਤਾ 16 ਸਹੀ 2 ਵਟਾ 3 ਮੀਟਰ। ਸਹੀ ਗੱਲ ਕੀਤੀ ਨਾ। ਦੇਖੋ ਇੱਧਰ ਕੌਣ ਵੱਡਾ ਸੀ ਤਾਂ ਉਚਾਈ ਹੋ ਗਈ ਵੱਡੀ, ਇੱਧਰ ਕੌਣ ਛੋਟਾ ਸੀ ਤਾਂ ਉਚਾਈ ਛੋਟੀ। ਆ 50 ਹੈ ਤਾਂ ਇਹਦਾ ਤੀਜਾ ਹਿੱਸਾ ਜਿਵੇਂ ਸਟੇਟਮੈਂਟ ਕਹਿ ਰਹੀ ਹੈ 16 ਸਹੀ 2 ਵਟਾ 3 ਮੀਟਰ। ਤਾਂ ਦੋਸਤੋ ਇਹ ਸੀ ਆਪਣਾ ਦੂਸਰਾ ਲੈਕਚਰ ਉਚਾਈ ਤੇ ਦੂਰੀ ਦਾ, ਜਿੱਥੇ ਆਪਾਂ ਦੋ ਕੋਣਾਂ ਦੀ ਗੱਲ ਕੀਤੀ ਸੀ। ਥੈਂਕ ਯੂ।